ਹਸਤ ਖੇਲਤ ਤੇਰੇ ਦਿਉਰੇ ਆਇਆ। ਅਗਲਾ ਭਾਗ। ਸਰਕਾਰੀ ਨੌਕਰੀ ਦੌਰਾਨ ਸਭ ਤੋਂ ਜ਼ਿਆਦਾ ਸਮਾਂ ਮੈਂ ਬਠਿੰਡੇ ਬਿਤਾਇਆ ਹੈ। ਕਰੀਬ 10 ਸਾਲ ਮੈਨੂੰ ਬਠਿੰਡੇ ਰਹਿਣ ਦਾ ਮੌਕਾ ਮਿਲਿਆ। ਆਪਣੇ ਪਿੰਡ ਘੱਗੇ 1 ਮਹੀਨੇ ਵਿੱਚ ਇੱਕ ਵਾਰੀ ਮਸੀਂ ਆ ਹੁੰਦਾ ਸੀ। ਦੂਰੀ ਬਹੁਤ ਜ਼ਿਆਦਾ ਸੀ ਅਤੇ ਬੱਸ ਦਾ ਕਿਰਾਇਆ ਵੀ ਵੱਟ ਕੱਢ ਦਿੰਦਾ ਸੀ। ਛੁੱਟੀਆਂ ਵਿੱਚ ਮੈਂ ਆਪਣੇ ਸਾਥੀਆਂ ਸਮੇਤ ਧਰਮ ਪ੍ਰਚਾਰ ਸਰਗਰਮੀਆਂ ਵਿੱਚ ਮਸਰੂਫ ਰਹਿੰਦਾ। ਸਾਡੇ ਕੋਲ ਬਠਿੰਡੇ ਇੱਕ ਬਹੁਤ ਪੁਰਾਣਾ ਸਿੱਖ ਪ੍ਰਚਾਰਕ ਆਇਆ ਅਤੇ ਉਹਨਾਂ ਦਾ ਮੈਂ ਕਲਪਿਤ ਨਾਮ ਤੁਹਾਡੇ ਸਾਹਮਣੇ ਰੱਖਾਂਗਾ, ਅਸਲੀ ਨਾਮ ਪੇਸ਼ ਨਹੀਂ ਕਰਾਂਗਾ। ਗਿਆਨੀ ਸੋਹਣ ਸਿੰਘ ਇਹ ਕਾਲਪਨਿਕ ਨਾਮ ਹੈ। ਬੜਾ ਗਿਆਨਵਾਨ ਸੀ, ਬਹੁਤ ਚੰਗਾ ਬੁਲਾਰਾ ਸੀ, ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਵੱਡੀ ਯੋਗਤਾ ਸੀ ਉਹਦੇ ਕੋਲ। ਪਰ ਇੱਕ ਕਮਜ਼ੋਰੀ ਸੀ ਉਸ ਵਿੱਚ ਜਿਸ ਨੇ ਉਸ ਦੇ ਗੁਣਾਂ 'ਤੇ ਕਾਲਖ ਫੇਰ ਦਿੱਤੀ। ਉਹ ਸੀ ਪੈਸੇ ਦਾ ਲਾਲਚ। ਕਿਸੇ ਵੀ ਤਰੀਕੇ ਦੂਜੇ ਦੀ ਜੇਬ ਵਿੱਚੋਂ ਪੈਸਾ ਕਢਵਾ ਕੇ ਆਪਣੀ ਜੇਬ ਵਿੱਚ ਪਾ ਲੈਣਾ। ਉਸ ਪੈਸੇ ਦਾ ਕੀ ਕਰਦਾ ਸੀ ਕੁਝ ਪਤਾ ਨਹੀਂ, ਜਦੋਂ ਕਿ ਪਰਿਵਾਰ ਦੀ ਗੁਜ਼ਾਰੇ ਲਾਇਕ ਇਨਕਮ ਹੈਗੀ ਸੀ। ਬਗੈਰ ਸੰਜਮ ਤੋਂ ਜ਼ਿੰਦਗੀ ਬਿਤਾਉਣ ਕਰਕੇ ਉਹ ਕਈ ਤਰ੍ਹਾਂ ਦੇ ਰੋਗਾਂ ਦਾ ਸ਼ਿਕਾਰ ਹੋ ਗਿਆ ਸੀ। ਜੇ ਸਬਰ ਸੰਤੋਖ ਵਾਲੀ ਜੀਵਨ ਵਿਧੀ ਅਪਣਾਉਂਦਾ ਤਾਂ ਕਿਸੇ ਧਾਰਮਿਕ ਕਾਲਜ ਦਾ ਮੈਨੂੰ ਲੱਗਦਾ ਪ੍ਰਿੰਸੀਪਲ ਉਹ ਲੱਗ ਸਕਦਾ ਸੀ। ਅਗਰ ਲਿਖਣ ਵਾਲੇ ਪਾਸੇ ਟਿਕ ਕੇ ਮਨ ਲਾਉਂਦਾ ਤਾਂ ਕਈ ਕਿਤਾਬਾਂ ਪਾਠਕਾਂ ਦੀ ਝੋਲੀ ਵਿੱਚ ਪਾ ਸਕਦਾ ਸੀ। ਜੇ ਕਥਾਵਾਚਕ ਬਣਿਆ ਰਹਿੰਦਾ ਤਾਂ ਸਿਧਾਂਤਕ ਪੱਖੋਂ ਉਸ ਦੇ ਮੁਕਾਬਲੇ ਦਾ ਵਿਦਵਾਨ ਕੋਈ ਕਥਾਵਾਚਕ ਨਹੀਂ ਸੀ। ਬਹੁਤ ਬਹੁਤ ਅਫਸੋਸ ਕਿ ਉਹ ਆਪਣੀਆਂ ਖਾਸਾਂ 'ਤੇ ਕਾਬੂ ਨਾ ਪਾ ਸਕਿਆ। ਮੇਰਾ ਪਹਿਲੀ ਵਾਰੀ ਉਸ ਨਾਲ 1980 ਵਿੱਚ ਮੇਲ ਹੋਇਆ ਸੀ। ਫਰੀਦਕੋਟ ਵਿਖੇ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ 'ਤੇ ਮੈਂ ਕਥਾ ਕਰਨ ਵਾਸਤੇ ਗਿਆ ਸੀ। ਉੱਥੇ ਹੀ ਗਿਆਨੀ ਸੋਹਣ ਸਿੰਘ ਪਹੁੰਚਿਆ ਹੋਇਆ ਸੀ। ਨਗਰ ਕੀਰਤਨ ਚੱਲ ਰਿਹਾ ਸੀ। ਇੱਕ ਚੌਂਕ ਵਿੱਚ ਨਗਰ ਕੀਰਤਨ ਦੀਆਂ ਗੱਡੀਆਂ ਰੁਕ ਗਈਆਂ। ਸੋਹਣ ਸਿੰਘ ਨੇ ਮੈਨੂੰ ਕਿਹਾ, ਛੇਤੀ ਜਾ ਤੇ ਉਹ ਦੁਕਾਨ ਤੋਂ ਜੋ ਸਾਹਮਣੇ ਹੈ ਕੁਝ ਇਲਾਚੀਆਂ, ਲੌਂਗ ਅਤੇ ਮਿਸ਼ਰੀ ਲੈ ਕੇ ਆ। ਮੈਂ ਸਾਰੀਆਂ ਚੀਜ਼ਾਂ 5 ਰੁਪਏ ਦੀਆਂ ਲੈ ਲਈਆਂ। ਆ ਕੇ ਗਿਆਨੀ ਜੀ ਨੂੰ ਦੱਸ ਦਿੱਤਾ ਕਿ 5-5 ਰੁਪਏ ਦੀਆਂ ਇਹ ਸਾਰੀਆਂ ਚੀਜ਼ਾਂ ਮੈਂ ਲੈਂਦੀਆਂ, ਤਕਰੀਬਨ 15 ਰੁਪਏ ਦਾ ਸਮਾਨ ਆ ਗਿਆ ਹੈ। ਅਤੇ ਗਿਆਨੀ ਤਾਂ ਮੈਨੂੰ ਟੁੱਟ ਕੇ ਪੈ ਗਿਆ ਕਿ ਤੂੰ ਮੁੱਲ ਕਿਉਂ ਲੈ ਕੇ ਆਇਆ ਹੈ? ਦੁਕਾਨਦਾਰਾਂ ਨੂੰ ਪਤਾ ਨਹੀਂ ਕਿ ਨਗਰ ਕੀਰਤਨ ਜਾ ਰਿਹਾ ਹੈ? ਅਜਿਹੇ ਸਮੇਂ ਪੈਸੇ ਨਹੀਂ ਦੇਈਦੇ। ਮੈਂ ਤਾਂ ਇਹੀ ਕਿਹਾ, ਜੀ ਮੇਰੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਕਿ ਮੈਂ ਭੀਖ ਮੰਗਾਂ। ਤੁਸੀਂ ਭਾਵੇਂ ਮੈਨੂੰ 15 ਰੁਪਏ ਨਾ ਦਿਓ, ਮੈਨੂੰ ਤੁਹਾਡੇ 'ਤੇ ਕੋਈ ਗਿਲਾ ਨਹੀਂ, ਪਰ ਮੈਂ ਮੁਫ਼ਤ ਦੇ ਵਿੱਚ ਦੁਕਾਨ ਤੋਂ ਸਮਾਨ ਕੋਈ ਨਹੀਂ ਚੁੱਕਾਂਗਾ। ਕਹਿਣ ਲੱਗਿਆ, ਤੂੰ ਵਧੀਆ ਪ੍ਰਚਾਰਕ ਨਹੀਂ ਬਣ ਸਕੇਗਾ, ਤੂੰ ਭੁੱਖਾ ਮਰੇਗਾ ਸਾਰੀ ਉਮਰ। ਅਤੇ ਇਹਨਾਂ ਕਥਾਵਾਚਕਾਂ ਨੇ, ਪ੍ਰਚਾਰਕਾਂ ਨੇ ਤਾਂ ਇਸੇ ਤਰ੍ਹਾਂ ਢਿੱਡ ਭਰਨਾ ਹੁੰਦਾ ਆਪਣਾ। ਮੈਂ ਇੰਨਾ ਹੀ ਕਿਹਾ, ਗਿਆਨੀ ਜੀ ਪ੍ਰਚਾਰਕ ਬਣਾ ਚਾਹੇ ਨਾ ਬਣਾ, ਪਰ ਭਿਖਾਰੀ ਕਦੇ ਨਹੀਂ ਬਣਾਗਾ। ਤੂੰ ਮੈਨੂੰ ਪ੍ਰਚਾਰਕ ਨਹੀਂ ਬਣਾ ਰਿਹਾ, ਸਗੋਂ ਮੰਗਤਾ ਬਣਨ ਦੀ ਸਿੱਖਿਆ ਦੇ ਰਿਹਾ ਹੈ। ਮੈਨੂੰ ਮੰਗਤਾ ਬਣਨਾ ਪ੍ਰਵਾਨ ਨਹੀਂ ਹੈ। 5 ਸਾਲ ਬਾਅਦ ਗਿਆਨੀ ਸੋਹਣ ਸਿੰਘ ਸਾਡੇ ਕੋਲ ਬਠਿੰਡੇ ਆ ਗਿਆ। ਕਿਸੇ ਸ਼ਰਧਾਵਾਨ ਸਿੱਖ ਦੇ ਘਰ 5 ਸਿੱਖਾਂ ਨੇ ਪ੍ਰਸ਼ਾਦਾ ਛਕਣ ਜਾਣਾ ਸੀ। ਗਿਆਨੀ ਜੀ ਨੂੰ ਅਸੀਂ ਵਿੱਚ ਸ਼ਾਮਲ ਕਰ ਲਿਆ ਅਤੇ ਪਰਿਵਾਰ ਦੇ ਘਰ ਪਹੁੰਚੇ। ਪਰਿਵਾਰ ਨੇ ਜੀ ਜਾਨ ਨਾਲ ਸਾਡੀ ਸਾਰਿਆਂ ਦੀ ਸੇਵਾ ਕੀਤੀ। ਕਛਹਿਰਿਆਂ ਦਾ ਕੱਪੜਾ ਅਤੇ ਦਸਤਾਰਾਂ ਦਿੱਤੀਆਂ। ਸ਼ਾਇਦ ਨਗਦ ਵੀ 11-11 ਰੁਪਏ ਸਾਰਿਆਂ ਨੂੰ ਦਿੱਤੇ। ਗਿਆਨੀ ਜੀ ਨੇ ਇੱਧਰ ਉੱਧਰ ਆਪਣੀ ਨਿਗਾਹ ਘੁਮਾਈ। ਇੱਕ ਕਮਰੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਦਿਸ ਪਿਆ। ਮੱਥਾ ਟੇਕ ਕੇ ਪਰਿਵਾਰ ਦੇ ਵਿਚਕਾਰ ਆ ਕੇ ਗਿਆਨੀ ਜੀ ਬੈਠ ਗਏ। ਜੋ ਸਵਾਲ ਜਵਾਬ ਉਹਨਾਂ ਨੇ ਕੀਤੇ, ਪਾਠਕਾਂ ਦੀ ਦਿਲਚਸਪੀ ਵਾਸਤੇ ਇੱਥੇ ਮੈਂ ਦੇ ਰਿਹਾ ਹਾਂ। ਗਿਆਨੀ ਜੀ ਕਹਿਣ ਲੱਗੇ, ਤੁਸੀਂ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਰੱਖਿਆ ਹੋਇਆ ਹੈ? ਪਰਿਵਾਰ ਦਾ ਮੁਖੀ ਬੋਲਿਆ, ਹਾਂਜੀ, ਵਿਹਲੇ ਵਕਤ ਬਾਣੀ ਪੜ੍ਹ ਲੈਂਦੇ ਹਾਂ। ਗਿਆਨੀ ਜੀ, ਰਿਸ਼ਤੇਦਾਰ, ਗੁਆਂਢੀ ਅਤੇ ਤੁਸੀਂ ਰੁਪਏ ਪੈਸੇ ਵੀ ਇੱਥੇ ਅਰਪਣ ਕਰਦੇ ਹੋਵੋਗੇ? ਮੁਖੀ ਕਹਿਣ ਲੱਗਿਆ, ਹਾਂਜੀ, ਅਕਸਰ ਮਾਇਆ ਤਾਂ ਚੜ੍ਹਾਉਂਦੇ ਹੀ ਹਾਂ। ਗਿਆਨੀ ਜੀ ਬੋਲੇ, ਉਸ ਮਾਇਆ ਨੂੰ ਕਿੱਥੇ ਵਰਤਦੇ ਹੋ? ਮੁਖੀ ਕਹਿਣ ਲੱਗਾ, ਜੀ ਮਹਾਰਾਜ ਵਾਸਤੇ ਰੁਮਾਲੇ, ਦਰੀਆਂ ਅਤੇ ਹੋਰ ਲੋੜੀਂਦਾ ਸਮਾਨ ਇਹਨਾਂ ਪੈਸਿਆਂ ਨਾਲ ਖਰੀਦ ਲੈਂਦੇ ਹਾਂ। ਗਿਆਨੀ ਜੀ ਕਹਿਣ ਲੱਗੇ, ਹੋਰ ਪੈਸੇ ਜੇ ਬਚ ਜਾਣ ਫਿਰ ਕੀ ਕਰਦੇ ਹੋ? ਮੁਖੀ ਕਹਿਣ ਲੱਗਿਆ, ਫਿਰ ਅੰਮ੍ਰਿਤਸਰ ਦੀ ਯਾਤਰਾ, ਹਜ਼ੂਰ ਸਾਹਿਬ ਦੀ ਜਾਂ ਹੋਰ ਧਰਮ ਸਥਾਨਾਂ ਦੀ ਯਾਤਰਾ ਆਦਿਕ 'ਤੇ ਖਰਚ ਕਰ ਦਿੰਦੇ ਹਾਂ। ਗਿਆਨੀ ਜੀ ਕਹਿਣ ਲੱਗੇ, ਹੁਣ ਆਈ ਗੱਲ ਟਿਕਾਣੇ ਸਿਰ, ਜਾਣੀ ਕਿ ਗੁਰੂ ਮਹਾਰਾਜ ਆਪਣੇ ਵਸਤਰਾਂ ਲਈ ਖੁਦ ਪੈਸੇ ਕਮਾਉਂਦੇ ਹਨ
ਬਚੇ ਹੋਏ ਪੈਸਿਆਂ ਨਾਲ ਮਹਾਰਾਜ ਹੀ ਤੁਹਾਨੂੰ ਧਾਰਮਿਕ ਯਾਤਰਾ ਕਰਾਉਂਦੇ ਹਨ। ਤੁਸੀਂ ਲੋਕ ਇੰਨੇ ਨਿਗਰੇ ਹੋਏ ਹੋ ਕਿ ਗੁਰੂ ਜੀ ਨੂੰ ਵਸਤਰ ਵੀ ਨਹੀਂ ਪਹਿਨਾ ਸਕਦੇ, ਸਗੋਂ ਗੁਰੂ ਸਾਹਿਬ ਕਮਾਈ ਕਰਕੇ ਤੁਹਾਨੂੰ ਪੈਸੇ ਦਿੰਦੇ ਹਨ। ਤੁਸੀਂ ਉਹਨਾਂ ਪੈਸਿਆਂ ਨਾਲ ਧਾਰਮਿਕ ਯਾਤਰਾ ਕਰਦੇ ਹੋ। ਕਿੰਨੀ ਸ਼ਰਮ ਦੀ ਗੱਲ ਹੈ ਤੁਹਾਡੇ ਲਈ। ਘਰ ਆਏ ਮਹਿਮਾਨ ਨੂੰ ਵੀ ਲੋਕੀ ਅੰਨ ਪਾਣੀ ਛਕਾ ਕੇ ਸੇਵਾ ਕਰਦੇ ਹਨ, ਜਿਵੇਂ ਤੁਸੀਂ ਅੱਜ ਸਾਡੀ ਸੇਵਾ ਕੀਤੀ ਹੈ। ਤੁਸੀਂ ਗੁਰੂ ਸਾਹਿਬ ਦੀ ਕਮਾਈ ਨੂੰ ਤੁਸੀਂ ਗੁਰੂ ਸਾਹਿਬ ਨੂੰ ਕਮਾਈ ਕਰਨ ਲਈ ਆਪਣੇ ਘਰ ਰੱਖਿਆ ਹੋਇਆ ਹੈ। ਕਿੰਨਾ ਪਾਪ ਕਰ ਰਹੇ ਹੋ ਤੁਸੀਂ ਲੋਕ, ਕਿੱਥੇ ਢੋਈ ਮਿਲੇਗੀ ਤੁਹਾਨੂੰ। ਮੁਖੀ ਵਿਚਾਰਾ ਬਹੁਤ ਘਬਰਾ ਗਿਆ, ਕਹਿਣ ਲੱਗਿਆ, ਗਿਆਨੀ ਜੀ ਅਸੀਂ ਅਣਜਾਣ ਹਾਂ, ਅਸੀਂ ਮੂਰਖ ਹਾਂ, ਕਿਸੇ ਨੇ ਪਹਿਲਾਂ ਸਾਨੂੰ ਨਹੀਂ ਦੱਸਿਆ, ਹੁਣ ਤੁਸੀਂ ਦੱਸੋ ਅਸੀਂ ਕੀ ਕਰੀਏ। ਗਿਆਨੀ ਜੀ ਕਹਿਣ ਲੱਗੇ, ਪਿੱਛੇ ਜੋ ਗਲਤੀ ਹੋ ਗਈ ਉਸ ਲਈ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਾਂਗੇ। ਗੁਰੂ ਬਖਸ਼ਣ ਵਾਲਾ ਹੈ, ਬਖਸ਼ ਦੇਵੇਗਾ। ਅੱਗੇ ਤੋਂ ਅਜਿਹਾ ਪਾਪ ਨਹੀਂ ਕਰਨਾ। ਪੂਜਾ ਦੇ ਪੈਸੇ ਨੂੰ ਇਸ ਤਰ੍ਹਾਂ ਨਹੀਂ ਵਰਤਣਾ। ਜੋ ਪੈਸਾ ਤੁਹਾਡੇ ਕੋਲ ਇਕੱਠਾ ਹੋਇਆ ਪਿਆ ਹੈ ਉਹ ਗਰੀਬਾਂ, ਅਨਾਥਾਂ, ਲੋੜਵੰਦਾਂ ਵਿੱਚ ਵਰਤਾ ਦਿਆਂਗੇ। ਇਉਂ ਬਖਸ਼ੇ ਜਾਓਗੇ। ਵੇਖੋ ਕਿੰਨੇ ਪੈਸੇ ਪਏ ਨੇ। ਮੁਖੀ ਆਖਣ ਲੱਗਾ, ਜੀ 5,500 ਰੁਪਏ ਪਏ ਨੇ। 1980 ਵਿੱਚ 5,500 ਰੁਪਏ ਬਹੁਤ ਵੱਡੀ ਰਕਮ ਸੀ, ਕਿਉਂਕਿ ਉਦੋਂ ਪੈਸੇ ਦੀ ਕੀਮਤ ਬਹੁਤ ਜ਼ਿਆਦਾ ਸੀ। ਗਿਆਨੀ ਜੀ ਕਹਿਣ ਲੱਗੇ, ਮੈਨੂੰ ਦਿਓ, ਮੈਂ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਇਹਨਾਂ ਪੈਸਿਆਂ ਨਾਲ ਕਰ ਦਿਆਂਗਾ। ਘਰ ਵਾਲਿਆਂ ਨੇ ਸਾਰੇ ਰੁਪਏ ਗਿਆਨੀ ਜੀ ਦੇ ਹਵਾਲੇ ਕਰ ਦਿੱਤੇ। ਗਿਆਨੀ ਜੀ ਲੈ ਕੇ ਤੁਰੰਤ ਬੱਸ ਚੜ੍ਹ ਕੇ ਆਪਣੇ ਘਰ ਨੂੰ ਰਵਾਨਾ ਹੋ ਗਏ। ਪਾਠਕ ਜਨੋ, ਇਸੇ ਤਰ੍ਹਾਂ ਦੀ ਧਾਰਮਿਕ ਬਲੈਕਮੇਲਿੰਗ ਸਾਰੇ ਗੁਰਦੁਆਰਿਆਂ ਵਿੱਚ, ਸਾਰੇ ਧਰਮ ਸਥਾਨਾਂ ਵਿੱਚ ਤਕਰੀਬਨ ਹੋ ਰਹੀ ਹੈ। ਸਾਧ ਸੰਤ ਬਣੇ ਬੈਠੇ ਗੋਗੜਧਾਰੀ ਲੋਕ ਭੋਲੇ ਸ਼ਰਧਾਲੂਆਂ ਨੂੰ ਲੁੱਟ ਲੁੱਟ ਕੇ ਖਾ ਰਹੇ ਨੇ। ਗੁਰਦੁਆਰਿਆਂ ਦੇ ਪ੍ਰਬੰਧਕ ਲੁੱਟ ਰਹੇ ਨੇ। ਜਿੰਨਾ ਵੱਡਾ ਅਹੁਦੇਦਾਰ ਉਤਨੀ ਵੱਡੀ ਲੁੱਟ। ਲੋੜਵੰਦਾਂ ਤੱਕ ਇਹ ਪੈਸਾ ਕਦੀ ਨਹੀਂ ਪਹੁੰਚਦਾ। ਗਿਆਨੀ ਜੀ ਵੀ ਹੱਥ ਸਾਫ਼ ਕਰ ਗਏ। ਜਿੰਨੇ ਉਹਨਾਂ ਦੇ ਹੱਥ ਆਏ ਲੈ ਕੇ ਉਡੰਤਰ ਹੋ ਗਏ। ਉਸ ਤੋਂ ਬਾਅਦ ਮੈਂ ਉਹਨਾਂ ਦਾ ਕਦੇ ਆਪਣੇ ਮਨ ਦੇ ਵਿੱਚ ਸਤਿਕਾਰ ਨਹੀਂ ਰੱਖ ਸਕਿਆ। ਮੈਨੂੰ ਮਿਲਦੇ ਰਹੇ ਨੇ, ਪਰ ਮੈਂ ਉਹਨਾਂ ਤੋਂ ਹਮੇਸ਼ਾ ਕਿਨਾਰਾ ਕਰਦਾ ਰਿਹਾ ਅਤੇ ਰਸਮੀ ਤੌਰ 'ਤੇ ਫਤਿਹ ਦੀ ਸਾਂਝ ਹੀ ਹੁੰਦੀ ਰਹੀ, ਪਰ ਉਹਨਾਂ 'ਤੇ ਮੁੜ ਕੇ ਮੈਂ ਐਤਬਾਰ ਕਦੀ ਨਹੀਂ ਕੀਤਾ ਕਿ ਇਸ ਬੰਦੇ ਤੋਂ ਚੰਗੇ ਕੰਮ ਦੀ ਕਦੀ ਆਸ ਨਹੀਂ ਕੀਤੀ ਜਾ ਸਕਦੀ। ਆਖੋ ਸਤਨਾਮ।